ਸਤਿ ਸ੍ਰੀ ਅਕਾਲ ਪਿਆਰੇ ਬੱਚਿਓ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪੰਜਾਬੀ ਦੀ YouTube ਕਲਾਸ ਦੇ ਵਿੱਚ। ਮੈਂ ਤੁਹਾਡੀ ਪੰਜਾਬੀ ਦੀ ਅਧਿਆਪਕਾ ਮਨਦੀਪ ਕੌਰ। ਅੱਜ ਅਸੀਂ ਦਫ਼ਤਰੀ ਪੱਤਰ ਕਰਨ ਜਾ ਰਹੇ ਹਾਂ। ਦਫ਼ਤਰੀ ਪੱਤਰ ਉਹ ਪੱਤਰ ਹੁੰਦੇ ਨੇ ਜਿਹੜੇ ਕਿਸੇ ਦਫ਼ਤਰ ਨਾਲ, ਕਿਸੇ ਸਰਕਾਰੀ ਦਫ਼ਤਰ ਨਾਲ ਜਾਂ ਗੈਰ ਸਰਕਾਰੀ ਦਫ਼ਤਰ ਨਾਲ ਸੰਬੰਧਿਤ ਹੁੰਦੇ ਨੇ। ਇਹਨਾਂ ਪੱਤਰਾਂ ਵਿੱਚ ਕਿਸੇ ਸਕੂਲ ਕਾਲਜ ਦੇ ਪ੍ਰਿੰਸੀਪਲ ਨੂੰ ਲਿਖੇ ਜਾਣ ਵਾਲੇ ਪੱਤਰ ਆ ਜਾਂਦੇ ਨੇ, ਕਿਸੇ ਸੰਪਾਦਕ ਨੂੰ ਲਿਖੇ ਜਾਣ ਵਾਲੇ ਪੱਤਰ, ਬੈਂਕ ਦੇ ਮੈਨੇਜਰ ਨੂੰ ਲਿਖੇ ਜਾਣ ਵਾਲੇ ਪੱਤਰ, ਕਿਸੇ ਵੀ ਸਰਕਾਰੀ ਵਿਭਾਗ ਜਾਂ ਗੈਰ ਸਰਕਾਰੀ ਵਿਭਾਗ ਵਿੱਚ ਬਿਰਾਜਮਾਨ ਇੱਕ ਉੱਚ ਸ਼ਖਸੀਅਤ ਨੂੰ ਇਹ ਪੱਤਰ ਲਿਖੇ ਜਾਂਦੇ ਹਨ। ਉੱਚ ਅਧਿਕਾਰੀ ਨੂੰ ਜਾਂ ਅਧਿਕਾਰੀ ਨੂੰ ਇਹ ਪੱਤਰ ਲਿਖੇ ਜਾਂਦੇ ਹਨ। ਇਹ ਪੱਤਰ ਰਸਮੀ ਹੁੰਦੇ ਹਨ। ਇਹਨਾਂ ਪੱਤਰਾਂ ਦੇ ਵਿੱਚ ਅਸੀਂ ਜੋ ਗੱਲ ਕਹਿਣੀ ਹੁੰਦੀ ਹੈ ਉਹ ਦਲੀਲਾਂ ਸਹਿਤ ਕਹਿਣੀ ਹੁੰਦੀ ਹੈ। ਭਾਵ ਜਿਸ ਤਰ੍ਹਾਂ ਨਿੱਜੀ ਪੱਤਰ ਦੇ ਵਿੱਚ ਅਸੀਂ ਆਪਣੇ ਮਨ ਦੇ ਭਾਵ ਵਿਅਕਤ ਕਰਦੇ ਹਾਂ, ਇਸ ਦੇ ਵਿੱਚ ਅਸੀਂ ਮਨ ਦੇ ਭਾਵ ਵਿਅਕਤ ਕਰ ਸਕਦੇ ਹਾਂ, ਪਰ ਉਹਨਾਂ ਦੀ ਇੱਕ ਠੋਸ ਦਲੀਲ ਹੋਣੀ ਚਾਹੀਦੀ ਹੈ। ਭਾਵ ਸਾਨੂੰ ਕਿਸੇ ਤੋਂ ਕੋਈ ਸਮੱਸਿਆ ਹੈ, ਅਸੀਂ ਉਹ ਸਮੱਸਿਆ ਲਿਖਾਂਗੇ, ਫਿਰ ਉਸ ਸਮੱਸਿਆ ਨੂੰ ਜਸਟੀਫਾਈ ਕਰਨ ਦੇ ਲਈ ਅਸੀਂ ਕੋਈ ਦਲੀਲ ਦੇਣੀ ਪਏਗੀ। ਸਾਨੂੰ ਇਸ ਚੀਜ਼ ਦਾ ਖਿਆਲ ਰੱਖਣਾ ਹੈ ਇਹਨਾਂ ਪੱਤਰਾਂ ਦੇ ਵਿੱਚ। ਇਹ ਪੱਤਰ ਜਦੋਂ ਅਸੀਂ ਲਿਖਦੇ ਹਾਂ ਤਾਂ ਇਸ ਵਿੱਚ ਜਿਹੜੀ ਸਾਡੀ ਸ਼ਬਦਾਵਲੀ ਹੈ ਉਹ ਵੀ ਸ਼ੁੱਧ ਅਤੇ ਰਸਮੀ ਹੋਣੀ ਚਾਹੀਦੀ ਹੈ। ਭਾਵ ਇਹ ਫਾਰਮਲ ਪੱਤਰ ਹੁੰਦੇ ਨੇ। ਇਹਨਾਂ ਪੱਤਰਾਂ ਨੂੰ ਅਸੀਂ ਦੋ ਭਾਗਾਂ ਵਿੱਚ ਵੰਡਦੇ ਹਾਂ, ਸਰਕਾਰੀ ਦਫ਼ਤਰੀ ਪੱਤਰ ਅਤੇ ਗੈਰ ਸਰਕਾਰੀ ਦਫ਼ਤਰੀ ਪੱਤਰ। ਸਰਕਾਰੀ ਦਫ਼ਤਰੀ ਪੱਤਰ ਉਹ ਪੱਤਰ ਹੁੰਦੇ ਨੇ ਜਿਹੜੇ ਕਿਸੇ ਸਰਕਾਰੀ ਅਧਿਕਾਰੀ ਨੂੰ, ਕਿਸੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਜਾਂ ਕਾਲਜ ਦੇ ਪ੍ਰਿੰਸੀਪਲ ਨੂੰ ਜਾਂ ਮੁਖੀਆਂ ਨੂੰ ਲਿਖੇ ਜਾਂਦੇ ਨੇ। ਇਹ ਸਾਰੇ ਸਰਕਾਰੀ ਦਫ਼ਤਰੀ ਪੱਤਰ ਹੁੰਦੇ ਨੇ। ਗੈਰ ਸਰਕਾਰੀ ਦਫ਼ਤਰੀ ਪੱਤਰ ਉਹ ਹੁੰਦੇ ਨੇ ਜਿਹੜੇ ਨਿੱਜੀ ਅਦਾਰਿਆਂ ਨੂੰ ਲਿਖੇ ਜਾਂਦੇ ਨੇ। ਭਾਵ ਇਹਨਾਂ ਦੇ ਵਿੱਚ ਅਸੀਂ ਕਿਸੇ ਅਖਬਾਰ ਨੂੰ ਦੇ ਸੰਪਾਦਕ ਨੂੰ ਲਿਖਦੇ ਹਾਂ, ਹੈ ਨਾ, ਕਿਸੇ ਪੁਸਤਕ ਦੇ ਵਿਕਰੇਤਾ ਨੂੰ, ਉਹਨਾਂ ਦੇ ਮੈਨੇਜਰ ਨੂੰ ਲਿਖਦੇ ਹਾਂ। ਸੋ ਕਿਸੇ ਨਿੱਜੀ ਕੰਪਨੀ ਦੇ ਮੈਨੇਜਰ ਨੂੰ ਕੋਈ ਪੱਤਰ ਲਿਖਦੇ ਹਾਂ। ਸੋ ਇਸ ਤਰ੍ਹਾਂ ਦੇ ਪੱਤਰ ਜਿਹੜੇ ਨੇ ਉਹ ਸਾਰੇ ਗੈਰ ਸਰਕਾਰੀ ਦਫ਼ਤਰੀ ਪੱਤਰ ਦੇ ਵਿੱਚ ਆ ਜਾਂਦੇ ਨੇ। ਸੋ ਪੱਤਰ ਲਿਖਣ ਦਾ ਜਿਹੜਾ ਫਾਰਮੈਟ ਹੈ ਉਸ ਵੱਲ ਵੀ ਖਾਸ ਧਿਆਨ ਰੱਖਣਾ ਪੈਂਦਾ ਹੈ। ਜਿਹੜੇ ਸਾਡੇ ਕਿਸੇ ਵੀ ਅਧਿਕਾਰੀ ਨੂੰ ਪੱਤਰ ਜਾਂਦੇ ਹਨ, ਚਾਹੇ ਉਹ ਸਰਕਾਰੀ ਅਧਿਕਾਰੀ ਹੈ ਚਾਹੇ ਗੈਰ ਸਰਕਾਰੀ ਹੈ, ਉਹਨਾਂ ਦੇ ਲਿਖਣ ਦਾ ਜਿਹੜਾ ਫਾਰਮੈਟ ਹੈ ਇੱਕ ਹੈ। ਪਰ ਜਦੋਂ ਅਸੀਂ ਕਿਸੇ ਸਕੂਲ ਜਾਂ ਕਾਲਜ ਦੇ ਪ੍ਰਿੰਸੀਪਲ ਨੂੰ ਪੱਤਰ ਲਿਖਦੇ ਹਾਂ ਤਾਂ ਉਸ ਦੇ ਲਿਖਣ ਦਾ ਫਾਰਮੈਟ ਥੋੜ੍ਹਾ ਜਿਹਾ ਬਦਲ ਜਾਂਦਾ ਹੈ। ਸੋ ਜਿਹੜਾ ਪੱਤਰ ਹੈ, ਪਹਿਲਾਂ ਅਸੀਂ ਕਿਸੇ ਵੀ ਅਧਿਕਾਰੀ ਨੂੰ ਜਿਹੜਾ ਕੋਈ ਪੱਤਰ ਲਿਖਣਾ ਹੈ ਉਸ ਬਾਰੇ ਗੱਲ ਕਰਦੇ ਹਾਂ। ਜਿਹੜਾ ਪੱਤਰ ਹੈ ਉਹ ਲਿਖਣਾ ਕਿਵੇਂ ਹੈ? ਸਭ ਤੋਂ ਪਹਿਲਾਂ 3 ਭਾਗਾਂ ਦੇ ਵਿੱਚ ਅਸੀਂ ਇਹਨੂੰ ਵੰਡ ਸਕਦੇ ਹਾਂ। ਪਹਿਲਾ ਭਾਗ ਹੈ ਆਰੰਭ ਵਾਲਾ। ਆਰੰਭ ਦੇ ਵਿੱਚ ਤੁਸੀਂ ਜਿਹੜਾ ਪੱਤਰ ਲਿਖ ਰਿਹਾ ਹੈ, ਭਾਵ ਤੁਸੀਂ, ਅਸੀਂ ਲਿਖ ਰਹੇ ਹਾਂ ਨਾ ਪੱਤਰ, ਸੋ ਇੱਥੇ ਸਾਡਾ ਪਤਾ ਆਏਗਾ ਅਤੇ ਨਾਲ ਮਿਤੀ ਆਏਗੀ। ਮਿਤੀ ਜਿਹੜੀ ਲਿਖਣੀ ਹੈ ਉਹ ਤੁਸੀਂ ਮਿਤੀ ਲਿਖ ਕੇ ਫਿਰ ਮਿਤੀ ਨਹੀਂ ਪਾਉਣੀ, ਸਿੱਧੀ ਹੀ ਪਾਉਣੀ ਹੈ। ਜਿਵੇਂ ਮੰਨ ਲਓ ਤੁਹਾਡੀ ਮਿਤੀ ਹੈ 15 ਜੁਲਾਈ 2020 ਜਾਂ 15 ਅਗਸਤ 2020। ਸੋ ਇਸ ਤਰ੍ਹਾਂ ਤੁਸੀਂ ਸਿੱਧਾ ਹੀ ਲਿਖਣਾ ਹੈ 15 ਅਗਸਤ 2020। ਠੀਕ ਹੈ, ਇਸ ਤਰ੍ਹਾਂ ਤੁਸੀਂ ਮਿਤੀ ਲਿਖਣੀ ਹੈ। ਉਸ ਤੋਂ ਬਾਅਦ ਸੇਵਾ ਵਿਖੇ ਆਏਗਾ। ਉਸ ਤੋਂ ਬਾਅਦ ਲਿਖਿਆ ਜਾਏਗਾ ਜਿਸ ਨੂੰ ਅਸੀਂ ਪੱਤਰ ਲਿਖਣਾ ਹੈ ਉਸ ਦਾ ਪਤਾ। ਫਿਰ ਅਸੀਂ ਵਿਸ਼ੇ ਦਾ ਵਰਣਨ ਕਰਾਂਗੇ। ਵਿਸ਼ਾ ਜਿਹੜਾ ਹੈਗਾ ਉਹ ਸਾਡਾ
ਇੱਕ ਲਾਈਨ ਦੇ ਵਿੱਚ ਆਉਣਾ ਚਾਹੀਦਾ। ਭਾਵ ਵਿਸ਼ਾ ਅਸੀਂ ਬਹੁਤ ਜ਼ਿਆਦਾ ਲੰਬਾ ਨਹੀਂ ਕਰਨਾ, ਐਕਸਪਲੇਨ ਨਹੀਂ ਕਰਨਾ ਉਹਦੇ ਵਿੱਚ, ਸਿਰਫ ਅਸੀਂ ਸ਼ਾਰਟ ਦੇ ਵਿੱਚ ਹੀ ਵਿਸ਼ਾ ਲਿਖਣਾ ਹੈ। ਜਿਵੇਂ ਅਸੀਂ ਕਹਿ ਦਿੰਦੇ ਹਾਂ ਡਾਕੀਏ ਦੀ ਸ਼ਿਕਾਇਤ ਲਈ ਪੱਤਰ, ਜਾਂ ਡਾਕੀਏ ਦੀ ਸ਼ਿਕਾਇਤ ਸੰਬੰਧੀ ਪੱਤਰ, ਮੰਨ ਲਓ ਇਸ ਤਰ੍ਹਾਂ, ਠੀਕ ਹੈ। ਇਸ ਤਰ੍ਹਾਂ ਤੁਸੀਂ ਵਿਸ਼ਾ ਲਿਖਣਾ ਹੈ। ਫਿਰ ਉਸ ਤੋਂ ਬਾਅਦ ਸੰਬੋਧਨੀ ਸ਼ਬਦ ਆ ਜਾਂਦੇ ਨੇ, ਜਿਸ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਸ਼੍ਰੀਮਾਨ ਜੀ, ਸ਼੍ਰੀਮਤੀ ਜੀ, ਇਹ ਲਿਖਣਾ ਹੁੰਦਾ ਹੈ। ਸੋ ਇਹ ਸਾਡਾ ਜਿਹੜਾ ਪੱਤਰ ਹੈ ਉਸ ਦਾ ਆਰੰਭ ਹੈ। ਉਸ ਤੋਂ ਬਾਅਦ ਹੈ ਵਸਤੂ। ਵਸਤੂ ਦੇ ਵਿੱਚ ਅਸੀਂ ਵਸਤੂ ਭਾਵ ਸਾਡੀ ਪੱਤਰ ਦਾ ਬਾਡੀ ਪੈਰਾਗ੍ਰਾਫ। ਬਾਡੀ ਪੈਰਾਗ੍ਰਾਫ ਦੇ ਵਿੱਚ ਜਿਹੜੀ ਸਾਡੀ ਸ਼ੁਰੂਆਤ ਹੈ ਉਹ ਬੇਨਤੀ ਹੈ। ਬੇਨਤੀ ਇਹ ਹੈ, ਸਨਿਮਰ ਬੇਨਤੀ ਹੈ, ਇਸ ਤੋਂ ਸਟਾਰਟ ਹੋਏਗਾ। ਉਸ ਤੋਂ ਬਾਅਦ ਤੁਸੀਂ ਆਪਣੀ ਹਲਕੀ ਫੁਲਕੀ ਇੰਟਰੋਡਕਸ਼ਨ ਦੇਣੀ ਹੈ, ਭਾਵ 1-2 ਲਾਈਨਾਂ ਦੇ ਵਿੱਚ ਦੱਸਣਾ ਹੈ ਕਿ ਤੁਸੀਂ ਕੌਣ ਹੋ, ਜਿਹੜੇ ਪੱਤਰ ਲਿਖ ਰਹੇ ਹੋ, ਕੀ ਨਾਮ ਹੈ ਤੁਹਾਡਾ, ਕਿੱਥੋਂ ਹੋ। ਉਸ ਤੋਂ ਬਾਅਦ ਜਿਹੜਾ ਸਾਡਾ ਵਿਸ਼ਾ ਹੈ, ਕਿ ਕਿਸ ਸਮੱਸਿਆ ਹੈ, ਕਿਸ ਪ੍ਰੋਬਲਮ ਨੂੰ ਲੈ ਕੇ ਅਸੀਂ ਪੱਤਰ ਲਿਖ ਰਹੇ ਹਾਂ, ਉਹਨੂੰ 1 ਲਾਈਨ ਦੇ ਵਿੱਚ ਅਸੀਂ ਲਿਖਣਾ ਹੁੰਦਾ ਹੈ। ਉਸ ਤੋਂ ਬਾਅਦ ਜਿਹੜਾ ਅਗਲਾ ਪੈਰਾਗ੍ਰਾਫ ਆਉਂਦਾ ਹੈ, ਅਗਲੇ ਪੈਰਾਗ੍ਰਾਫ ਦੇ ਵਿੱਚ ਅਸੀਂ ਜਿਹੜੀ ਸਾਡੀ ਸਮੱਸਿਆ ਹੈ ਉਸ ਦੇ ਨਾਲ ਸੰਬੰਧਿਤ ਦਲੀਲਾਂ ਪੇਸ਼ ਕਰਨੀਆਂ ਹੁੰਦੀਆਂ ਹਨ, ਤਰਕ ਪੇਸ਼ ਕਰਨੇ ਨੇ। ਭਾਵ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਕੋਈ ਸ਼ਿਕਾਇਤ ਕਰ ਰਹੇ ਹੋ, ਕੋਈ ਤੁਹਾਨੂੰ ਸਮੱਸਿਆ ਹੈ, ਉਹ ਸਮੱਸਿਆ ਜਾਂ ਉਹ ਸ਼ਿਕਾਇਤ ਨੂੰ ਜਸਟੀਫਾਈ ਕਰਨ ਵਾਲੀਆਂ ਗੱਲਾਂ ਇਸ ਪੈਰੇ ਦੇ ਵਿੱਚ ਅਸੀਂ ਕਰਦੇ ਹਾਂ। ਤਾਂ ਇਹ ਪੈਰਾ ਥੋੜ੍ਹਾ ਜਿਹਾ ਵੱਡਾ ਹੁੰਦਾ ਹੈ। ਜੇ ਤੁਹਾਨੂੰ ਲੱਗੇ ਕਿ ਸਾਡੀ ਜਿਹੜੇ ਵਿਚਾਰ ਨੇ, ਸਾਡੀਆਂ ਜਿਹੜੀ ਸਮੱਸਿਆ ਹੈ ਉਸ ਸੰਬੰਧੀ ਦਲੀਲਾਂ ਅਸੀਂ ਜ਼ਿਆਦਾ ਦੇਣੀਆਂ ਨੇ, ਤਾਂ ਅਸੀਂ ਇੱਕ ਹੋਰ ਪੈਰਾ ਬਣਾ ਲੈਂਦੇ ਹਾਂ। ਉਸ ਤੋਂ ਬਾਅਦ ਸਾਡਾ ਪੱਤਰ ਦਾ ਅੰਤ ਆ ਜਾਂਦਾ ਹੈ। ਪੱਤਰ ਦਾ ਅੰਤ ਜਿਹੜਾ ਅਸੀਂ ਕਰਨਾ ਹੈ, ਭਾਵ ਜਿਹੜਾ ਸਾਡਾ ਬਾਡੀ ਪੈਰਾਗ੍ਰਾਫ ਹੈ ਉਸ ਤੋਂ ਅਗਲਾ ਜਿਹੜਾ ਇੱਕ ਪੈਰਾ ਆਉਂਦਾ ਹੈ, ਜਿਸ ਦੇ ਵਿੱਚ 2-3 ਲਾਈਨਾਂ ਦੇ ਵਿੱਚ ਅਸੀਂ ਇੱਕ ਆਸ਼ਾਵਾਦੀ ਸਮਾਪਤੀ ਕਰਨੀ ਹੁੰਦੀ ਹੈ। ਭਾਵ ਅਸੀਂ ਪੱਤਰ ਜਿਹੜਾ ਹੈਗਾ ਇੱਦਾਂ ਸਿੱਧਾ ਹੀ ਬੰਦ ਨਹੀਂ ਕਰ ਸਕਦੇ, ਇਸ ਦੇ ਵਿੱਚ ਅਸੀਂ ਇੱਕ ਆਸ ਰੱਖਣੀ ਹੈ ਉਸ ਅਧਿਕਾਰੀ ਤੋਂ ਜਿਸ ਨੂੰ ਅਸੀਂ ਪੱਤਰ ਲਿਖਿਆ ਹੈ। ਆਸ਼ਾਵਾਦੀ ਹੋ ਕੇ ਅਸੀਂ ਉਹ ਪੱਤਰ ਖ਼ਤਮ ਕਰਨਾ ਹੈ। ਅਸੀਂ ਇਸ ਪੱਤਰ ਦੇ ਵਿੱਚ ਕੋਈ ਵੀ ਜਿਹੜਾ ਸਰਕਾਰੀ ਜਾਂ ਗੈਰ ਸਰਕਾਰੀ ਦਫ਼ਤਰੀ ਪੱਤਰ ਅਸੀਂ ਲਿਖਦੇ ਹਾਂ, ਉਸ ਦੇ ਵਿੱਚ ਅਸੀਂ ਨੈਗੇਟਿਵ ਥੋਟਸ ਨਹੀਂ ਲਿਖਣੇ ਹੁੰਦੇ, ਨੈਗੇਟਿਵ ਨਹੀਂ ਲਿਖਣਾ ਹੁੰਦਾ। ਭਾਵ ਅਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਉਸਨੂੰ ਸਜ਼ਾ ਦਿਓ, ਉਸਨੂੰ ਇਹ ਕਰੋ, ਐਵੇਂ ਨਹੀਂ ਕਰਨਾ। ਜੇ ਤੁਸੀਂ ਸਜ਼ਾ ਦੇਣੀ ਵੀ ਚਾਹੁੰਦੇ ਹੋ ਤਾਂ ਵੀ ਅਸੀਂ ਇੱਕ ਪੋਜ਼ੀਟਿਵ ਵੇ ਦੇ ਵਿੱਚ ਉਸਨੂੰ ਪੇਸ਼ ਕਰਨਾ ਹੈ। ਸੋ ਜਿਹੜਾ ਪੱਤਰ ਹੈ, ਦਫ਼ਤਰੀ ਪੱਤਰ ਹੈ, ਉਸ ਦਾ ਜਿਹੜਾ ਅੰਤ ਹੈ ਉਹ ਆਸ਼ਾਵਾਦੀ ਤਰੀਕੇ ਦੇ ਨਾਲ ਕਰਨਾ ਹੈ। ਉਸ ਤੋਂ ਬਾਅਦ ਅੰਤਲਾ ਭਾਗ ਜਿਹੜਾ ਨੀਚੇ ਲਿਖਿਆ ਜਾਂਦਾ ਹੈ ਸਭ ਤੋਂ, ਇਸ ਦੇ ਵਿੱਚ ਸਭ ਤੋਂ ਪਹਿਲਾਂ ਆਏਗਾ ਧੰਨਵਾਦ ਸਹਿਤ। ਉਸ ਤੋਂ ਬਾਅਦ ਆਪ ਜੀ ਦਾ ਵਿਸ਼ਵਾਸ ਪਾਤਰ। ਜੇਕਰ ਤੁਸੀਂ ਕਿਸੇ ਵੀ ਦਫ਼ਤਰ ਨੂੰ ਲਿਖ ਰਹੇ ਹੋ ਪੱਤਰ, ਮਤਲਬ ਭਾਵ ਸਕੂਲ ਜਾਂ ਕਾਲਜ ਨੂੰ ਨਹੀਂ, ਉਸ ਤੋਂ ਇਲਾਵਾ ਕਿਸੇ ਦਫ਼ਤਰ ਨੂੰ ਲਿਖ ਰਹੇ ਹੋ, ਤਾਂ ਹਮੇਸ਼ਾ ਉੱਥੇ ਆਪ ਜੀ ਦਾ ਵਿਸ਼ਵਾਸ ਪਾਤਰ, ਆਪ ਜੀ ਦਾ ਸ਼ੁਭ ਚਿੰਤਕ ਆਏਗਾ। ਆਪ ਜੀ ਦਾ ਆਗਿਆਕਾਰ, ਆਪ ਜੀ ਦੀ ਆਗਿਆਕਾਰ ਸਿਰਫ ਸਕੂਲ ਜਾਂ ਕਾਲਜ ਦੇ ਪ੍ਰਿੰਸੀਪਲ ਨੂੰ ਲਿਖੇ ਜਾਣ ਵਾਲੇ ਪੱਤਰਾਂ ਵਿੱਚ ਹੀ ਆਉਂਦਾ ਹੈ। ਉਸ ਤੋਂ ਬਾਅਦ ਤੁਹਾਡਾ ਨਾਮ, ਜਿਹੜਾ ਕਿ ਤੁਸੀਂ ਕੱਕਾ ਖੱਕਾ ਗੱਗਾ ਲਿਖਣਾ ਹੈ। ਤੁਸੀਂ ਬੋਰਡ ਦੀ ਜਮਾਤ ਦੇ ਵਿੱਚ ਆਪਣਾ ਨਾਮ ਨਹੀਂ ਲਿਖਣਾ ਹੁੰਦਾ, ਇਸ ਲਈ ਇੱਥੇ ਤੁਸੀਂ ਕੱਕਾ ਖੱਖਾ ਗੱਗਾ ਲਿਖੋਗੇ। ਪਰ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਦਫ਼ਤਰ ਨੂੰ ਪੱਤਰ ਲਿਖਦੇ ਹੋ ਤਾਂ ਤੁਸੀਂ ਇੱਥੇ ਆਪਣਾ ਨਾਮ ਜ਼ਰੂਰ ਲਿਖੋਗੇ। ਸੋ ਹੁਣ ਅਸੀਂ ਇਹ ਗੱਲ ਕੀਤੀ ਸੀ ਕਿਸੇ ਵੀ ਸਰਕਾਰੀ ਗੈਰ ਸਰਕਾਰੀ ਅਧਿਕਾਰੀ ਨੂੰ ਜਦੋਂ ਪੱਤਰ ਲਿਖਣੇ ਨੇ, ਪਰ ਹੁਣ ਜੇ ਅਸੀਂ ਸਕੂਲ ਜਾਂ ਕਾਲਜ ਦੇ ਅਧਿਕਾਰੀ ਨੂੰ ਪੱਤਰ ਲਿਖਣਾ ਹੈ ਤਾਂ ਉਸ ਦੇ ਵਿੱਚ ਅਸੀਂ ਜਿਹੜਾ ਭੇਜਣ ਵਾਲੇ ਦਾ, ਆਰੰਭ ਦੇ ਵਿੱਚ ਭੇਜਣ ਵਾਲੇ ਦਾ ਪਤਾ ਹੈ ਉਹ ਨਹੀਂ ਲਿਖਾਂਗੇ। ਅਸੀਂ ਪੱਤਰ ਸੇਵਾ ਵਿਖੇ ਤੋਂ ਸ਼ੁਰੂ ਕਰਾਂਗੇ।
ਉਸ ਤੋਂ ਬਾਅਦ ਸਾਰਾ ਕੁਝ ਉਸੇ ਤਰ੍ਹਾਂ ਹੀ ਲਿਖਿਆ ਜਾਏਗਾ ਅਤੇ ਅੰਤ ਦੇ ਵਿੱਚ ਵੀ ਸਾਡਾ ਆਪ ਜੀ ਦਾ ਸ਼ੁਭ ਚਿੰਤਕ ਜਾਂ ਵਿਸ਼ਵਾਸ ਪਾਤਰ ਨਹੀਂ ਆਏਗਾ। ਇੱਥੇ ਵੀ ਸਾਡਾ ਆਪ ਜੀ ਦਾ ਆਗਿਆਕਾਰ ਜਾਂ ਆਪ ਜੀ ਦੀ ਆਗਿਆਕਾਰ ਆਵੇਗਾ। ਹੁਣ ਜਿਹੜੀਆਂ ਗੱਲਾਂ ਅਸੀਂ ਧਿਆਨ ਵਿੱਚ ਰੱਖਣੀਆਂ ਨੇ ਪੱਤਰ ਲਿਖਦੇ, ਸਭ ਤੋਂ ਪਹਿਲਾਂ ਆਉਂਦਾ ਹੈ ਜਿਸ ਨੂੰ ਅਸੀਂ ਪੱਤਰ ਲਿਖਣਾ ਹੈ। ਹੁਣ ਜਿਸ ਨੂੰ ਪੱਤਰ ਲਿਖਣਾ ਹੈ, ਅਧਿਕਾਰੀ ਹੈ, ਕੋਈ ਅਫਸਰ ਹੈ ਕਿਸੇ ਦਫ਼ਤਰ ਦਾ, ਉਸ ਤੋਂ ਬਾਅਦ ਉਹਦਾ ਪਤਾ ਲਿਖਾਂਗੇ ਪਹਿਲਾਂ ਸਭ ਤੋਂ। ਫਿਰ ਉਸ ਤੋਂ ਬਾਅਦ ਸੰਬੋਧਨੀ ਸ਼ਬਦ ਆਉਣਗੇ ਸਾਡੇ, ਫਿਰ ਸਤਿਕਾਰ ਦੇ ਸ਼ਬਦ ਆਉਣਗੇ, ਉਸ ਤੋਂ ਬਾਅਦ ਅੰਤਲੇ ਸ਼ਬਦ ਆਉਣਗੇ ਜਿਸ ਵਿੱਚ ਆਪ ਜੀ ਦਾ ਸ਼ੁਭ ਚਿੰਤਕ, ਆਪ ਜੀ ਦਾ ਵਿਸ਼ਵਾਸ ਪਾਤਰ ਹੋਏਗਾ। ਉਸ ਤੋਂ ਬਾਅਦ ਜੇਕਰ ਪੱਤਰ ਸਾਡਾ ਸਕੂਲ ਜਾਂ ਕਾਲਜ ਦੇ ਪ੍ਰਿੰਸੀਪਲ ਨੂੰ ਹੈ, ਮੁੱਖ ਅਧਿਆਪਕ ਨੂੰ ਹੈ, ਮੁੱਖ ਅਧਿਆਪਕਾਂ ਨੂੰ ਹੈ, ਉਸ ਦੇ ਵਿੱਚ ਤੁਸੀਂ ਕੀ ਲਿਖਣਾ ਹੈ। ਇਸ ਜਿਹੜੀ ਇਹ ਵੀਡੀਓ ਦੇ ਦੌਰਾਨ ਇਹ ਸਲਾਈਡ ਚੱਲ ਰਹੀ ਹੈ, ਇਸ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਆਪਣੇ ਕੋਲ ਰੱਖ ਸਕਦੇ ਹੋ। ਉਸ ਤੋਂ ਬਾਅਦ ਸੰਬੋਧਨੀ ਸ਼ਬਦ ਆ ਜਾਣਗੇ, ਉਹ ਸੇਮ ਹੋਣਗੇ ਸਾਰਿਆਂ ਲਈ, ਸ਼੍ਰੀਮਤੀ, ਸ਼੍ਰੀਮਾਨ ਜੀ। ਉਸ ਤੋਂ ਬਾਅਦ ਸਤਿਕਾਰ ਦੇ ਸ਼ਬਦ, ਫਿਰ ਅੰਤਲੇ ਸ਼ਬਦ। ਫਿਰ ਉਸ ਤੋਂ ਬਾਅਦ ਅੰਤਲੇ ਸ਼ਬਦਾਂ ਦੇ ਵਿੱਚ ਅਸੀਂ ਫਿਰ ਚੇਂਜ ਕਰਾਂਗੇ, ਉਹ ਹੈ ਆਪ ਜੀ ਦਾ ਆਗਿਆਕਾਰ, ਆਪ ਜੀ ਦੀ ਆਗਿਆਕਾਰ। ਸੋ ਇਹ ਕੁਝ ਸਿਰਨਾਵੇਂ ਨੇ, ਪੱਤਰਾਂ ਦੇ ਪਤੇ ਨੇ, ਜਿਹੜੇ ਮੁੱਖ ਪਤੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਖਾਸ ਤੌਰ 'ਤੇ ਪੱਤਰ ਲਿਖਦੇ ਹਾਂ ਜਾਂ ਜਿਨ੍ਹਾਂ ਨਾਲ ਸੰਬੰਧਿਤ ਪੱਤਰ ਆ ਜਾਂਦੇ ਨੇ। ਕੁਝ ਕੁ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਹੀ ਹਾਂ, ਬਾਕੀ ਤੁਸੀਂ ਆਪਣੀ ਪੁਸਤਕ ਦੇ ਵਿੱਚ ਸਾਰੇ ਜਿਹੜੇ ਇਹ ਸਿਰਨਾਵੇਂ ਨੇ ਉਹਨਾਂ ਨੂੰ ਇੱਕ ਵਾਰ ਦੇਖ ਲੈਣਾ ਹੈ, ਪੜ੍ਹ ਲੈਣਾ ਹੈ ਅਤੇ ਇਹਨਾਂ ਦੇ ਅਨੁਸਾਰ ਹੀ ਪੱਤਰ ਲਿਖਣਾ ਹੈ। ਪਹਿਲਾਂ ਅਸੀਂ ਸਾਰਾ ਜਿਹੜਾ ਹੈਗਾ ਪਹਿਲੇ ਉਹਦੇ ਵਿੱਚ ਜਿਹੜਾ ਅਸੀਂ ਕਿਸੇ ਅਖਬਾਰ ਨੂੰ ਪੱਤਰ ਲਿਖਣਾ ਹੈ, ਉਸ ਵਿੱਚ ਮੈਂ ਸਾਰਾ ਪੱਤਰ ਦਾ ਫਾਰਮੈਟ ਲਿਖ ਦਿੱਤਾ ਹੈ। ਤੁਸੀਂ ਇਸ ਸਲਾਈਡ ਦਾ ਸਕਰੀਨਸ਼ਾਟ ਲੈ ਸਕਦੇ ਹੋ ਜਾਂ ਅਗਲੀਆਂ ਜਿਹੜੀਆਂ ਸਲਾਈਡਸ ਨੇ ਉਹਨਾਂ ਦੇ ਵੀ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਅਤੇ ਉਹਨਾਂ ਨੂੰ ਉਤਾਰ ਸਕਦੇ ਹੋ ਆਪਣੀ ਨੋਟਬੁੱਕ ਦੇ ਵਿੱਚ।